Now we were on page number 177 and we were doing this paragraph, the paragraph at the top only. ਉਹ ਵਾਲਾ ਕਰ ਰਹੇ ਸੀ ਜਿਹਦੇ ਵਿੱਚ ਉਹ ਪੋਲੀਟੀਕਲ ਥੀਮ ਦੀ ਗੱਲ ਕਰ ਰਿਹਾ ਸੀ ਔਰ ਉਹਦੇ ਵਿੱਚ ਇੱਕ ਹੋਰ ਵੀ ਉਹਨੇ ਗੱਲ ਦੱਸੀ ਹੈ ਕਿ ਹੋਰ ਫਿਲਮ ਮੇਕਰ ਨੂੰ ਬੜਾ ਸੋਚ ਸਮਝ ਕੇ ਚੱਲਣਾ ਪੈਂਦਾ ਇੰਡੀਆ ਦੀਆਂ ਖਾਸ ਪ੍ਰੋਬਲਮਸ ਹੈਗੀਆਂ ਕਿ ਇੱਕ ਤਾਂ ਉਹਨੇ ਪੋਲੀਟੀਕਲ ਪਾਰਟੀ ਨੂੰ ਨਹੀਂ ਤੁਸੀਂ ਨਾਰਾਜ਼ ਕਰ ਸਕਦੇ ਔਰ ਦੂਸਰੀ ਗੱਲ ਕੀ ਹੈ ਕਿ ਇਸੇ ਪੈਰਾ ਦੇ ਵਿੱਚ ਉਹ ਕੀ ਕਹਿ ਰਿਹਾ ਕਿ ਦੇਖੋ ਲਾਸਟ ਲਾਈਨਸ ਇਸ ਪੈਰਾ ਦੀਆਂ ਐਂਡ ਹੈਵਨ ਹੈਲਪ ਯੂ 5-6 ਲਾਈਨ ਹੈ ਲਾਸਟ ਦੇਖੋ ਐਂਡ ਹੈਵਨ ਹੈਲਪ ਯੂ ਮੀਨਸ ਕਿ ਭਗਵਾਨ ਹੀ ਤੁਹਾਨੂੰ ਬਚਾ ਸਕਦਾ ਹੈ ਇਫ ਯੂ ਟੇਕ ਅਪ ਅ ਕਲਾਸਿਕ ਐਂਡ ਡਿਵੀਏਟ ਇਵਨ ਦ ਟਾਈਨੀਐਸਟ ਬਿਟ ਫਰੋਮ ਇਟ ਕਿ ਜੇ ਤੁਸੀਂ ਕਲਾਸਿਕ ਲੈ ਲੈਂਦੇ ਹੋ ਕਲਾਸਿਕ ਦਾ ਮਤਲਬ ਹੀ ਕੀ ਹੈ ਕਿ ਤੁਸੀਂ ਕੋਈ ਬਹੁਤ ਉੱਚੇ ਸਤਰ ਦਾ ਕੋਈ ਨੋਵਲ ਲੈ ਲੈਂਦੇ ਹੋ ਜਿਹੜਾ ਕਿ ਬਹੁਤ ਜ਼ਿਆਦਾ ਤੁਹਾਡੇ ਬੈਸਟ ਤੁਹਾਡੇ ਸਾਹਿਤ ਵਿੱਚੋਂ ਬੈਸਟ ਨੋਵਲ ਮੰਨਿਆ ਗਿਆ ਹੈ ਇੰਡੀਅਨ ਲਿਟਰੇਚਰ ਜਾਂ ਬੈਸਟ short story ਮੰਨੀ ਗਈ ਹੈ and if you make a film on that then also you have to be very careful ਕਿਉਂ ਕਹਿੰਦਾ ਜੇ ਤੁਸੀਂ ਥੋੜ੍ਹਾ ਜਿਹਾ ਵੀ ਸਟੋਰੀ ਤੋਂ ਇੱਧਰ ਉੱਧਰ ਹੁੰਦੇ ਹੋ ਤਾਂ ਜਿਹੜੇ ਬੁੱਧੀਜੀਵੀ ਵਰਗ ਹੈ ਜਿਹੜੇ ਇੰਟਲੈਕਚੁਅਲਸ ਹੈਗੇ ਉਹ ਤੁਹਾਡੇ ਮਗਰ ਪੈ ਜਾਂਦੇ ਆ ਤੁਸੀਂ ਯੂ ਕੈਨ ਨਾਟ ਡਿਵੀਏਟ ਈਵਨ ਅ ਟਾਈਨੀਐਸਟ ਬਿਟ ਫਰੋਮ ਇਟ ਟਾਈਨੀਐਸਟ ਦਾ ਮਤਲਬ ਇਹ ਕੀ ਹੈ ਸਮੋਲੈਸਟ ਕਿ ਉਹ ਕਹਾਣੀ ਜੇ ਤੁਸੀਂ ਸਪੋਜ਼ ਕੋਈ ਇੱਦਾਂ ਦੀ ਲੈ ਲਈ ਜਿਹੜੀ ਕਿ ਬੜੇ ਵਧੀਆ ਲਿਟਰੇਚਰ ਮੰਨਿਆ ਜਾਂਦਾ ਉਹ ਵਾਲੀ ਚੱਕ ਲਈ ਫਿਰ ਤੁਹਾਨੂੰ ਉਹਦੇ ਨਾਲ ਜੇ ਥੋੜ੍ਹਾ ਜਿਹਾ ਵੀ ਇੱਧਰ ਉੱਧਰ ਕਰਤਾ ਤਾਂ ਫਿਰ ਤੁਹਾਡੇ ਮਗਰ ਕੌਣ ਪੈ ਜਾਂਦੇ ਆ ਇੰਟਲੈਕਚੁਅਲਸ ਜਿਨ੍ਹਾਂ ਨੇ ਉਹਨੂੰ ਪੜ੍ਹਿਆ ਹੁੰਦਾ ਔਰ ਉਹ ਫਿਰ ਕੀ ਕਹਿੰਦੇ ਆ ਕਿ ਤੁਸੀਂ ਇਹਨੂੰ ਗਲਤ ਤਰ੍ਹਾਂ ਨਾਲ ਪੇਸ਼ ਕੀਤਾ ਸੋ ਕਹਿੰਦਾ ਇੱਥੇ ਇਹ ਵੀ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੁਣ ਨੈਕਸਟ ਪੈਰਾ ਦੇਖੋ ਦ ਅਪਸ਼ਾਟ ਆਫ ਆਲ ਦੈਟ ਇਜ਼ ਸੋ ਕੀ ਇੱਥੇ ਉਹਨੇ ਸਮ ਅਪ ਹੀ ਕੀਤਾ ਕਿ ਇਹਦੇ ਵਾਸਤੇ ਫਿਰ ਤੁਹਾਨੂੰ ਕੀ ਕਰਨਾ ਪੈਂਦਾ ਯੂ ਹੈਵ ਟੂ ਆਪਰੇਟ ਵਿਦਇਨ ਅ ਸਮਵਟ ਨੈਰੋ ਫੀਲਡ ਕਿ ਹੁਣ ਕਹਾਣੀ ਦੇ ਚੁਣਾਵ ਦੇ ਵਿੱਚ ਹੀ ਤੁਹਾਨੂੰ ਕਈ ਤਰ੍ਹਾਂ ਦੀਆਂ ਗੱਲਾਂ ਸੋਚ ਸਮਝ ਕੇ ਸੋ ਨੈਚੁਰਲੀ ਫਿਰ ਤੁਹਾਡੀ ਜਿਹੜੀ ਚੋਇਸ ਹੈ ਬਹੁਤ ਕੀ ਹੋ ਜਾਂਦੀ ਹੈ ਲਿਮਿਟਿਡ ਹੋ ਜਾਂਦੀ ਹੈ ਬਿਕੋਜ਼ ਯੂ ਹੈਵ ਟੂ ਕੀਪ ਮੈਨੀ ਥਿੰਗਸ ਇਨ ਮਾਈਂਡ ਸੋ ਹੁਣ ਤੁਸੀਂ ਨੈਕਸਟ ਦੇਖੋ ਨੈਕਸਟ ਪੈਰਾ let us now assume that you have a good script that you feel would make a good film ਸੋ ਕਹਿੰਦਾ ਹੁਣ ਆਪਾਂ ਚਲੋ ਮੰਨਦੇ ਹਾਂ ਹੁਣ ਉਹ ਅਗਲੇ ਸਟੈਪ ਤੇ ਜਾ ਰਿਹਾ ਨਾ ਸੋ ਕਹਿੰਦਾ ਮੰਨਦੇ ਹਾਂ ਕਿ ਤੁਸੀਂ ਇੱਕ ਚਲੋ ਸਟੋਰੀ ਚੁਣ ਲਈ ਸੋ ਕਹਿੰਦਾ ਪਹਿਲਾਂ ਤਾਂ ਸਟੋਰੀ ਚੁਣਨ 'ਚ ਹੀ ਕਈ ਤਰ੍ਹਾਂ ਦੀਆਂ ਤੁਹਾਨੂੰ ਗੱਲਾਂ ਦੇਖਣੀਆਂ ਪੈਂਦੀਆਂ ਸੋ ਕਹਿੰਦਾ let us now assume that you have a good script ਹੁਣ ਕਹਿੰਦਾ ਮੰਨ ਲਓ ਵੀ ਚਲੋ ਤੁਸੀਂ ਚੁਣ ਲਈ ਕਹਾਣੀ ਅੱਗੇ ਹੁਣ ਦੇਖੋ let us now assume that you have a good script that you feel would make a good film and that your backer also feels is a worthwhile proposition now backer ਕੌਣ ਹੈਗਾ ਜਿਹੜਾ ਤੁਹਾਡਾ ਪ੍ਰੋਡਿਊਸਰ ਹੈ ਸੋ ਕਹਿੰਦਾ ਮੰਨ ਲਓ ਤੁਹਾਡੀ ਦੋਨਾਂ ਦੀ ਰਜ਼ਾਮੰਦੀ ਹੋ ਗਈ ਵੀ ਇਹ ਵਧੀਆ ਹੈ ਉਹ ਵੀ ਮੰਨ ਗਿਆ ਕਿ ਮੈਂ ਪੈਸੇ ਲਗਾ ਦਿੰਦਾ ਕੀ ਹੋ ਸਕਦਾ ਹੈ ਫਿਲਮ ਚੱਲੇਗੀ ਸੋ ਇਸ ਹੋਪ ਦੇ ਵਿੱਚ ਉਹ ਵੀ ਤੁਹਾਡੀ ਦੋਨਾਂ ਦੀ ਰਜ਼ਾਮੰਦੀ ਹੋ ਗਈ ਵੋਟ ਨੈਕਸਟ ਕਹਿੰਦਾ ਹੁਣ ਇਸ ਤੋਂ ਅਗਲਾ ਸਟੈਪ ਫਿਰ ਕੀ ਹੋਊਗਾ ਕਾਸਟਿੰਗ ਆਫ ਕੋਰਸ ਸੋ ਅਗਲਾ ਸਟੈਪ ਕੀ ਹੁੰਦਾ ਹੈ ਪਹਿਲਾਂ ਉਹ ਹਰ ਫਿਲਮ ਮੇਕਰ ਪਹਿਲਾਂ ਕਹਾਣੀ ਚੁਣਦਾ ਫਿਰ ਉਹ ਕੀ ਸੋਚਦਾ ਹੈ ਕਿ ਇਹਦੇ ਵਿੱਚ ਹੀਰੋ ਹੀਰੋਇਨ ਮੈਂ ਕਿਹੜੇ ਲੈਣੇ ਕਾਸਟਿੰਗ ਮਤਲਬ ਹੀਰੋ ਹੀਰੋਇਨ ਨਹੀਂ ਐਕਟਰਸ ਕਿਹੜੇ ਲੈਣੇ ਸਿਰਫ ਹੀਰੋ ਹੀਰੋਇਨ ਹੀ ਨਹੀਂ ਕਾਸਟਿੰਗ ਦੇ ਵੀ ਸਾਰੇ ਐਕਟਰਸ ਆ ਜਾਂਦੇ ਕਾਸਟਿੰਗ ਆਫ ਕੋਰਸ ਦ ਫਸਟ ਸਟੈਪ ਇਨ ਦ ਪ੍ਰੋਸੈਸ ਆਫ ਇੰਟਰਪ੍ਰੀਟੇਸ਼ਨ ਸੋ ਇੰਟਰਪ੍ਰੀਟੇਸ਼ਨ ਦਾ ਮਤਲਬ ਹੀ ਕੀ ਹੈ ਕਿ ਉਸ ਕਹਾਣੀ ਨੂੰ ਤੁਸੀਂ ਕਿੱਦਾਂ ਸਮਝ ਰਹੇ ਹੋ ਫਿਰ ਉਹ ਤੁਸੀਂ ਪੇਸ਼ ਕਰਦੇ ਹੋ ਕਿ ਤੁਸੀਂ ਉਹਨੂੰ ਕਿੱਦਾਂ ਕਿਹੜੇ ਐਂਗਲ ਤੋਂ ਤੁਸੀਂ ਦਰਸ਼ਕਾਂ ਦੇ ਸਾਹਮਣੇ ਰੱਖਦੇ ਹੋ ਸੋ ਐਨੀ ਹਾਓ ਪਹਿਲਾ ਕੀ ਸੀਗਾ ਪਹਿਲਾ ਸਟੈਪ ਕਿਹੜਾ ਸੀਗਾ ਦ ਚੂਜ਼ਿੰਗ ਦ ਸਟੋਰੀ ਉਹ ਤੁਸੀਂ ਕਰ ਲਿਆ ਸੈਕਿੰਡ ਫਿਰ ਨੈਚੁਰਲੀ ਕੀ ਹੋਊਗਾ ਕਿ ਹੁਣ ਸਟੋਰੀ ਵੀ ਚੁਣ ਲਈ ਹੁਣ ਸੈਕਿੰਡ ਸਟੈਪ ਕੀ ਹੁੰਦਾ ਫਿਲਮ ਮੇਕਿੰਗ ਦੇ ਵਿੱਚ ਕਿ ਤੁਸੀਂ ਜਿਹੜਾ ਫਿਲਮ ਮੇਕਰ ਹੈ ਉਹ ਕੀ ਸੋਚਦਾ ਵੀ ਹੁਣ ਮੈਂ ਐਕਟਰਸ ਇਹਦੇ ਵਿੱਚ ਕਿਹੜੇ ਲੈਣੇ ਸੋ ਦਿਸ ਇਜ਼ ਦ ਸੈਕਿੰਡ ਸਟੈਪ ਸੋ ਇਹਦੇ ਵਿੱਚ ਹੁਣ ਦੱਸੇਗਾ ਕੀ ਪ੍ਰੋਬਲਮਸ ਆਉਂਦੀਆਂ ਇੰਡੀਅਨ ਫਿਲਮ ਮੇਕਰਸ ਨੂੰ ਦੇਖੋ ਸਮ ਆਫ ਦ ਰੋਲਸ ਆਰ ਆਫ ਕੋਰਸ ਪ੍ਰੀ ਕਾਸਟ ਸੋ ਕਹਿੰਦਾ ਕੁਛ ਤਾਂ ਜਿਹੜੇ ਰੋਲਸ ਹੁੰਦੇ ਆ ਉਹ ਤਾਂ ਪ੍ਰੀ ਕਾਸਟ ਹੁੰਦੇ ਪ੍ਰੀ ਕਾਸਟ ਦਾ ਮਤਲਬ ਹੀ ਕੀ ਹੈ ਕਿ ਤੁਹਾਨੂੰ ਵੀ ਪਤਾ ਹੁੰਦਾ ਹੈ ਜਦੋਂ ਤੁਸੀਂ ਸਟੋਰੀ ਪੜ੍ਹ ਰਹੇ ਹੁੰਦੇ ਹੋ ਤੁਹਾਡੀਆਂ ਅੱਖਾਂ ਦੇ ਸਾਹਮਣੇ ਉਹੀ ਕਰੈਕਟਰ ਆਉਂਦੇ ਆ ਵੀ ਉਹੀ ਵਿਅਕਤੀ ਉਹੀ ਐਕਟਰਸ ਆਉਂਦੇ ਆ ਸੌਰੀ ਜਿਹੜੇ ਕਿ ਇੱਥੇ ਸੂਟ ਕਰਨ ਸੋ ਕਹਿੰਦਾ ਕੁਛ ਤਾਂ ਹੈਗੇ ਕਿ ਉਹਦੇ ਵਿੱਚ ਤੁਸੀਂ ਦੋ ਰਾਏ ਹੋ ਹੀ ਨਹੀਂ ਸਕਦੀਆਂ ਸਮ ਆਫ ਦੈਮ ਆਰ ਪ੍ਰੀ ਕਾਸਟ ਕਿ ਤੁਹਾਨੂੰ ਜਦੋਂ ਫਿਲਮ ਮੇਕਰ ਸਟੋਰੀ ਪੜ੍ਹ ਰਿਹਾ ਹੁੰਦਾ ਉਦੋਂ ਹੀ ਉਹਦੇ ਦਿਮਾਗ 'ਚ ਉਹ ਵਾਲਾ ਐਕਟਰ ਆ ਜਾਂਦਾ ਹੈ ਕਿ ਇੱਥੇ ਹੀ ਸੂਟ ਕਰਨਾ ਸੋ ਪ੍ਰੀ ਕਾਸਟ ਹੀ ਹੋ ਗਿਆ ਕਿ ਪਹਿਲਾਂ ਤੋਂ ਹੀ ਪਤਾ ਹੀ ਹੁੰਦਾ ਵੀ ਇਹਨੂੰ ਹੀ ਮੈਂ ਲੈਣਾ ਇਹਦੇ ਵਿੱਚ
Even when you had read the story, you could picture X as playing the husband, Y the wife, and baby Z the cute little daughter. So ਤੁਸੀਂ ਪਹਿਲਾਂ ਹੀ ਸੋਚ ਲਿਆ ਜਦੋਂ ਤੁਸੀਂ ਕਹਾਣੀ ਪੜ੍ਹ ਹੀ ਰਹੇ ਸੀ ਵੀ ਇੱਥੇ ਤਾਂ ਸ਼ਾਹਰੁਖ ਖਾਨ ਹੀ ਸੂਟ ਕਰਨਾ ਹੈ, ਜਾਂ ਜਦੋਂ ਫਿਲਮ ਮੇਕਰ ਕਹਾਣੀ ਪੜ੍ਹ ਹੀ ਰਿਹਾ ਸੀਗਾ, ਚੁਣਾਵ ਕਰ ਰਿਹਾ ਸੀਗਾ, ਤਾਂ ਉਹਨੂੰ ਸਮਝ ਆ ਗਈ ਸੀ ਵੀ ਇੱਥੇ ਤਾਂ ਬਹੁਤ ਜ਼ਿਆਦਾ, ਕਿਉਂਕਿ ਬਿਊਟੀਫੁਲ ਲੜਕੀ ਦੀ ਕਹਾਣੀ ਹੈ, ਸੋ ਐਸ਼ਵਰਿਆ ਰਾਏ ਹੀ ਇਹਦੇ ਵਿੱਚ ਆਏਗੀ, ਅਤੇ ਬੇਬੀ ਵੀ ਸਪੋਜ਼ ਉਹਦੇ ਵਿੱਚ ਇੱਕ ਛੋਟਾ ਬੱਚਾ ਵੀ ਹੈਗਾ, ਉਹ ਵੀ ਤੁਹਾਨੂੰ ਪਤਾ ਲੱਗ ਜਾਂਦਾ ਵੀ ਇੱਥੇ ਫਿਲਮ ਮੇਕਰ ਨੂੰ ਪਤਾ ਹੀ ਹੁੰਦਾ ਵੀ ਮੈਨੂੰ ਇਹੀ ਲੈਣਾ ਮੈਂ ਇਹਦੇ ਵਿੱਚ। ਸੋ ਕਹਿੰਦਾ ਇੱਥੋਂ ਤੱਕ ਤਾਂ ਠੀਕ ਹੈ, ਬਟ ਵਾਟ ਅਬਾਊਟ ਦ ਡੋਡਰਿੰਗ ਟੂਥਲੈਸ 80-year-old grandpa? ਸੋ ਹੁਣ ਉਹ ਕਿਹਨਾਂ ਦੀ ਗੱਲ ਕਰੇਗਾ ਜਿਹੜੇ ਹੋਰ ਐਕਟਰਸ ਹੁੰਦੇ ਆ। ਉਹ ਕਹਿੰਦਾ ਜਿਹੜੇ ਤਾਂ ਮੇਨ ਹੀਰੋ ਹੀਰੋਇਨ ਹੁੰਦੇ ਆ ਜਿਹੜੇ, ਉਹਨਾਂ ਤੱਕ ਤਾਂ ਤੁਸੀਂ ਪਹੁੰਚ ਕਰ ਸਕਦੇ ਹੋ, ਤੁਹਾਨੂੰ ਪਤਾ ਹੁੰਦਾ ਵੀ ਮੈਂ ਫਲਾਨੇ ਏਜੰਟ ਨੂੰ ਕਹੂੰਗਾ ਅਤੇ ਮੈਨੂੰ ਇਹ ਕੰਟੈਕਟ ਮਿਲ ਜਾਏਗਾ ਕਿ ਮੈਂ ਉਹਨਾਂ ਤੱਕ ਪਹੁੰਚ ਕਰ ਸਕਾਂਗਾ। ਪਰ ਕਹਿੰਦਾ ਪ੍ਰੋਬਲਮ ਕਦੋਂ ਆਉਂਦੀ ਹੈ, ਜਦੋਂ ਤੁਸੀਂ ਬਾਕੀ ਐਕਟਰਸ ਲੈਣੇ ਹੁੰਦੇ ਆ ਜਿਹੜੇ ਜਿਨ੍ਹਾਂ ਦਾ ਰੋਲ ਮੇਨ ਨਹੀਂ ਹੈ ਫਿਲਮ ਦੇ ਵਿੱਚ ਪਰ ਇੰਪੋਰਟੈਂਟ ਹੈ। ਸੋ ਉੱਥੇ ਤੁਸੀਂ ਫਿਰ ਕੀ ਕਰੋਗੇ? ਫੋਰ ਐਗਜ਼ਾਮਪਲ ਤੁਸੀਂ 80 ਸਾਲ ਦਾ ਉਹਦੇ ਵਿੱਚ ਇੱਕ ਦਿਖਾਉਣਾ ਹੈ, ਦਾਦਾ ਜਾਂ ਨਾਨਾ ਦਿਖਾਉਣਾ ਹੈ, ਉਹ ਤੁਸੀਂ ਕਿੱਥੋਂ ਲੱਭੋਗੇ? ਐਂਡ ਵਾਟ ਅਬਾਊਟ ਆਲ ਦੋਜ਼ ਬਿਟ ਪਾਰਟਸ ਦੈਟ ਡੋਟ ਦ ਸਟੋਰੀ, men, women, children, peasants, shopkeepers, professors, prostitutes, and so on and so on. ਇਸ ਤੋਂ ਇਲਾਵਾ ਹੋਰ ਜਿਹੜੇ ਛੋਟੇ ਰੋਲ ਹੁੰਦੇ ਜਿਨ੍ਹਾਂ ਦੇ, ਉਹਦੇ ਵਿੱਚ ਥੋੜ੍ਹੇ ਦੇਰ ਦਾ ਜਿਹੜਾ ਰੋਲ ਹੈਗਾ, ਕਿੰਨੇ ਹੀ ਪਾਤਰ ਇੱਦਾਂ ਦੇ ਹੁੰਦੇ ਹੈ ਕਿ ਜਿਨ੍ਹਾਂ ਦਾ ਛੋਟਾ ਰੋਲ ਹੁੰਦਾ ਹੈ ਪਰ ਇੰਪੋਰਟੈਂਟ ਹੁੰਦਾ। ਕਹਿੰਦਾ ਉਹ ਕਿੱਥੋਂ ਲੱਭੋਗੇ? ਉਹ ਇਹ ਖਾਸ ਪ੍ਰੋਬਲਮ ਕਿੱਥੇ ਆਉਂਦੀ ਹੈ? ਇੰਡੀਆ ਦੇ ਵਿੱਚ। ਸੋ ਉਹਨੇ ਅੱਗੇ ਜਿੱਦਾਂ ਦੱਸਣਾ ਕਿ ਬਾਹਰਲੀਆਂ ਕੰਟਰੀਜ਼ ਦੇ ਵਿੱਚ ਤਾਂ ਇੱਦਾਂ ਦੇ ਜਿਹੜੇ ਐਕਟਰਸ ਆ ਉਹਨਾਂ ਦੇ ਵੀ ਪਤੇ ਅਤੇ ਫ਼ੋਨ ਨੰਬਰ ਏਜੰਟਸ ਰੱਖਦੇ ਹੈ, ਪਰ ਇੱਥੇ ਪ੍ਰੋਬਲਮ ਆਉਂਦੀ ਹੈ ਕਿ ਛੋਟੇ ਜਿਹੜੇ ਰੋਲ ਹੁੰਦੇ ਉਹਨਾਂ ਵਾਸਤੇ ਵਧੀਆ ਐਕਟਰ ਨਹੀਂ ਮਿਲਦੇ। ਸੋ So now let us continue with odds against us. This is lecture number 6. So ਉਹਨੂੰ ਕਿਹਦੀ ਗੱਲ ਕਰ ਰਿਹਾ ਸੀ? ਪਹਿਲਾਂ ਉਹਨੇ ਸਭ ਤੋਂ ਪਹਿਲਾਂ ਉਹਨੇ ਕਿਹਦੀ ਗੱਲ ਕੀਤੀ? ਪੈਸੇ ਦੀ ਕਮੀ, ਲੈਕ ਆਫ ਫੰਡਸ। ਦੂਜੀ ਉਹਨੇ ਗੱਲ ਕਾਹਦੀ ਕੀਤੀ ਕਿ ਸਟੋਰੀ ਲੱਭਦੇ ਹੋਏ, ਜਦੋਂ ਕਿਸੇ ਨੇ ਡਾਇਰੈਕਟਰ ਨੇ ਫਿਲਮ ਬਣਾਉਣੀ ਹੁੰਦੀ ਹੈ ਤਾਂ ਵੈਨ ਹੀ ਇਜ਼ ਲੁਕਿੰਗ ਫॉर ਸੂਟੇਬਲ ਸਟੋਰੀ, then also he has to keep many things in mind, ਕਿ ਉਹਨੂੰ ਕਈ ਚੀਜ਼ਾਂ ਦਿਮਾਗ ਦੇ ਵਿੱਚ ਰੱਖਣੀਆਂ ਪੈਂਦੀਆਂ। ਹੁਣ ਉਹ ਤੀਸਰੀ ਗੱਲ ਕੀ ਕਹੇਗਾ? ਤੀਸਰੀ ਗੱਲ ਫਿਰ ਉਹਨੇ ਕੀ ਸ਼ੁਰੂ ਕੀਤੀ ਸੀ ਕਿ ਉਸ ਤੋਂ ਬਾਅਦ ਤੁਸੀਂ ਕਾਸਟਿੰਗ ਕਰ ਰਹੇ ਹੋ, ਇਹ ਨੈਚੁਰਲੀ ਤੁਸੀਂ ਸਟੋਰੀ ਸਪੋਜ਼ ਸਿਲੈਕਟ ਕਰ ਲਈ। ਹੁਣ ਅਗਲਾ ਸਟੈਪ ਕੀ ਆ ਜਾਂਦਾ ਕਾਸਟਿੰਗ ਦਾ, ਕਿ ਇੱਥੇ ਕਿਹੜੇ ਐਕਟਰਸ ਲੈਣੇ। ਸੋ ਕਹਿੰਦਾ ਇੱਥੇ ਇੰਡੀਆ ਦੇ ਵਿੱਚ ਕੀ ਖਾਸ ਗੱਲ ਹੈ ਕਿ ਜਿਹੜੇ ਵੱਡੇ ਵੱਡੇ ਹੀਰੋ ਹੀਰੋਇਨਸ ਹੈ, ਜਿਹੜੇ ਵੱਡੇ ਵੱਡੇ ਰੋਲਸ ਕਰਨ ਵਾਸਤੇ, ਮੇਨ ਰੋਲ ਕਰਨ ਵਾਸਤੇ ਜਿਹੜੇ ਐਕਟਰਸ ਅਤੇ ਐਕਟਰੈਸਿਸ ਹੈ, ਉਹਨਾਂ ਦੇ ਤਾਂ ਤੁਹਾਨੂੰ ਪਤੇ ਮਿਲ ਜਾਂਦੇ ਹੈ, ਫ਼ੋਨ ਨੰਬਰ ਮਿਲ ਜਾਂਦੇ, ਉਹਨਾਂ ਦੇ ਏਜੰਟਸ ਹੁੰਦੇ ਹੈ। ਕਹਿੰਦਾ ਪਰ ਸਟੋਰੀ ਦੇ ਵਿੱਚ ਕਈ ਇੱਦਾਂ ਦੇ ਵੀ ਕਰੈਕਟਰਸ ਹੁੰਦੇ ਆ ਜਿਨ੍ਹਾਂ ਦਾ ਰੋਲ ਵੱਡਾ ਨਹੀਂ ਹੁੰਦਾ ਪਰ ਜਿਨ੍ਹਾਂ ਦਾ ਰੋਲ ਇੰਪੋਰਟੈਂਟ ਹੁੰਦਾ, ਜਿਹੜੇ ਆਪਾਂ ਹੋਰ ਕਈ ਕਰੈਕਟਰਸ ਹੁੰਦੇ। ਸੋ ਕਹਿੰਦਾ ਕਿ ਉਹਨਾਂ ਨੂੰ ਇੱਥੇ ਲੱਭਣ ਵਾਸਤੇ ਪ੍ਰੋਬਲਮ ਆਉਂਦੀ ਹੈ। ਸੋ ਕਹਿੰਦਾ ਕਿ ਬਾਹਰਲੀਆਂ ਕੰਟਰੀਜ਼ ਦੇ ਵਿੱਚ ਤਾਂ ਏਜੰਟਸ ਦੇ ਕੋਲ ਉਹਨਾਂ ਦੇ ਵੀ ਨੰਬਰ ਹੁੰਦੇ, ਪਰ ਇੱਥੇ ਪ੍ਰੋਬਲਮ ਆਉਂਦੀ ਹੈ। ਦੇਖੋ ਹੁਣ ਇਹਨੂੰ, ਇੱਥੇ ਆਪਾਂ ਸੀਗੇ, ਦੇਖੋ ਕਿ almost anywhere else in the world. So we are to start from here. Page number 177 ਤੇ ਹੈਗਾ, ਦੇਖੋ second last paragraph. Almost anywhere else in the world you will find agents who keep fat dossiers on available extras. So ਕਹਿੰਦਾ ਤਕਰੀਬਨ ਦੁਨੀਆ ਦੇ ਹਰ ਜਗ੍ਹਾ ਤੇ ਇੰਡੀਆ ਨੂੰ ਛੱਡ ਕੇ ਇਹ ਏਜੰਟਸ ਦੇ ਕੋਲ ਬਹੁਤ ਮੋਟੇ ਮੋਟੇ ਹੁੰਦੇ ਆ, ਉਹਨਾਂ ਕੋਲ ਪ੍ਰਿੰਟਡ ਹੁੰਦੇ ਆ ਜਿਹਦੇ ਵਿੱਚ ਕਿ ਉਹਨਾਂ ਨੇ ਪਤੇ ਰੱਖੇ ਹੁੰਦੇ ਆ, ਰਜਿਸਟਰਸ ਹੁੰਦੇ ਆ ਜਿਹਦੇ ਵਿੱਚ ਕਿ ਤੁਸੀਂ ਤੁਹਾਨੂੰ ਸਾਰੇ ਫੋਟੋਜ਼ ਅਤੇ ਐਡਰੈਸਿਸ ਦੇ ਸਮੇਤ ਤੁਹਾਨੂੰ ਐਕਸਟਰਾਜ਼ ਮਿਲ ਜਾਣਗੇ। ਐਕਸਟਰਾਜ਼ ਕੌਣ ਹੈਗੇ? ਜਿਹੜੇ ਕਿ ਜਿਨ੍ਹਾਂ ਦਾ ਫਿਲਮਾਂ ਦੇ ਵਿੱਚ ਛੋਟਾ ਰੋਲ ਹੈ, ਜਿਨ੍ਹਾਂ ਨੇ ਕਰਨਾ ਹੁੰਦਾ, ਦੋਜ਼ ਆਰ ਦਾ ਐਕਸਟਰਾਜ਼। ਸੋ ਉਹ ਵੀ ਕਈ ਵਾਰੀ ਕਹਾਣੀ ਦੀ ਮੰਗ ਕੀ ਹੁੰਦੀ ਹੈ ਵੀ ਉਹ ਵੀ ਵਧੀਆ ਐਕਟ ਕਰਨ, ਨਹੀਂ ਤਾਂ ਉਹ ਸਾਰੀ ਕਹਾਣੀ ਹੀ
ਜੇ ਉਹ ਆ ਕੇ ਤੁਸੀਂ ਇਮੈਜਿਨ ਕਰੋ ਜੇ ਇੱਕ ਵਿਅਕਤੀ ਨੇ ਸਿਰਫ ਇੱਕ ਲਾਈਨ ਹੀ ਬੋਲਣੀ ਹੈ ਜਾਂ 2 ਲਾਈਨਾਂ ਬੋਲਣੀਆਂ ਪਰ ਉਹ ਹੈ ਬਹੁਤ ਇੰਪੋਰਟੈਂਟ। ਸੋ ਜਸਟ ਇਮੈਜਿਨ ਕਰਕੇ ਦੇਖੋ, ਸਮਝਣ ਦੀ ਕੋਸ਼ਿਸ਼ ਕਰੋ ਕਿ ਉਹਨੇ ਸਿਰਫ ਇੱਕ ਵਿਅਕਤੀ ਨੇ ਆ ਕੇ 2 ਲਾਈਨਾਂ ਹੀ ਬੋਲਣੀਆਂ। ਹੁਣ ਜੇ ਉਹ ਵਧੀਆ ਐਕਟਰ ਨਹੀਂ ਹੈ, ਹੋ ਸਕਦਾ ਉਹ ਲਾਈਨਸ ਬਹੁਤ ਇੰਪੋਰਟੈਂਟ ਹੈ, ਅਤੇ ਜੇ ਉਹ ਵਧੀਆ ਐਕਟਰ ਨਹੀਂ ਹੈ ਉਹਨੇ ਇੱਦਾਂ ਆ ਕੇ ਬੋਲਣਾ ਕਿ ਲੋਕਾਂ ਨੇ ਟ੍ਰੈਜਿਕ ਸੀਨ ਦੇ ਵਿੱਚ ਵੀ ਹੱਸਣਾ ਜੇ ਸ਼ੁਰੂ ਕਰ ਦਿੱਤਾ ਤਾਂ ਸਾਰਾ ਸੀਨ ਹੀ ਕੀ ਹੋ ਜਾਊਗਾ, ਖਰਾਬ ਹੋ ਜਾਊਗਾ, ਸਾਰੀ ਕਹਾਣੀ ਹੀ ਖਰਾਬ ਹੋ ਜਾਊਗੀ। ਸੋ ਇਹ ਜਿਹੜਾ ਸੱਤਿਆਜੀਤ ਰੇ ਹੈ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਐਕਸਟਰਾਜ਼ ਹੁੰਦੇ। ਸੋ ਕਹਿੰਦਾ ਇੱਥੇ ਤੁਹਾਨੂੰ ਉਹਨਾਂ ਦੇ ਇੱਥੇ ਕੋਈ ਏਜੰਟ ਉਹਨਾਂ ਦੇ ਨਾਮ ਤੇ ਪਤੇ ਨਹੀਂ ਰੱਖਦਾ। ਸੋ ਕਹਿੰਦਾ ਬਾਹਰਲੀਆਂ ਕੰਟਰੀਜ਼ ਦੇ ਵਿੱਚ ਉਹਨਾਂ ਨੇ ਬਕਾਇਦਾ ਮੋਟੇ ਮੋਟੇ ਰਜਿਸਟਰ ਹੁੰਦੇ ਆ ਜਿਹੜੇ ਕਿ ਤੁਸੀਂ ਆਰਾਮ ਨਾਲ ਦੇਖਦੇ ਹੋ, ਫੋਟੋਆਂ ਹੁੰਦੀਆਂ ਉਹਨਾਂ ਵਿੱਚ। ਇੱਥੇ ਕੀ ਬਾਹਰ ਕੀ ਹੈਗਾ ਦੇਖੋ, ਇਫ ਯੂ ਵਾਂਟ ਦੇਖੋ ਯੂ ਓਨਲੀ ਹੈਵ ਟੂ ਟਰਨ ਦ ਪੇਜਿਸ ਟੂ ਪਿਕ ਯੋਰ ਪਲੇਅਰਸ, ਕਿ ਉੱਥੇ ਉਹਨਾਂ ਨੇ ਬਕਾਇਦਾ ਰੱਖੇ ਹੁੰਦੇ ਆ ਵੱਡੇ ਵੱਡੇ ਰਜਿਸਟਰ ਜਿਨ੍ਹਾਂ ਵਿੱਚੋਂ ਤੁਸੀਂ ਸਿਰਫ ਪੇਜ ਪਲਟਣੇ ਹੁੰਦੇ ਆ ਅਤੇ ਤੁਹਾਨੂੰ ਆਪਣੀ ਚੋਇਸ ਦਾ ਐਕਸਟਰਾ ਮਿਲ ਜਾਂਦਾ ਹੈ। ਬਾਹਰਲੀਆਂ ਕੰਟਰੀਜ਼ ਵਿੱਚ ਹੋਰ ਕੀ ਹੁੰਦਾ, ਇਫ ਯੂ ਵਾਂਟ ਅਨਨੋਨਸ ਯੂ ਪੁੱਟ ਐਡਸ ਇਨ ਦ ਪੇਪਰਸ ਔਰ ਸੈਟ ਟੈਲੈਂਟ ਸਕਾਊਟਿੰਗ। ਜਾਂ ਜੇ ਕਈ ਵਾਰੀ ਕੀ ਹੁੰਦਾ ਕਿ ਤੁਹਾਨੂੰ ਇੱਦਾਂ ਦਾ ਕੋਈ ਚਾਹੀਦਾ ਹੁੰਦਾ ਐਕਟਰ ਜਿਹੜਾ ਕਿ ਪਹਿਲਾਂ ਕਿਸੇ ਫਿਲਮ ਦੇ ਵਿੱਚ ਜਿਹਨੇ ਨਾ ਕੰਮ ਕੀਤਾ ਹੋਵੇ, ਕੋਈ ਇੱਦਾਂ ਦੀ ਕਹਾਣੀ ਹੁੰਦੀ ਹੈ ਜਿਹਦੇ ਵਿੱਚ ਕਿ ਤੁਹਾਨੂੰ ਇੱਦਾਂ ਦਾ ਐਕਟਰ ਚਾਹੀਦਾ ਹੁੰਦਾ। ਕਹਿੰਦਾ ਬਾਹਰਲੀਆਂ ਕੰਟਰੀਜ਼ 'ਚ ਇਹ ਵੀ ਸੌਖਾ ਹੈ ਕਿ ਨਿਊਜ਼ਪੇਪਰ 'ਚ ਐਡ ਦਿਓ ਵੀ ਸਾਨੂੰ ਇੱਕ ਨਵਾਂ ਐਕਟਰ ਚਾਹੀਦਾ, ਜਾਂ ਤੁਸੀਂ ਕਿਸੇ ਨੂੰ ਜਾ ਕੇ ਕਹੋ। ਟੈਲੈਂਟ ਸਕਾਊਟ ਕੌਣ ਹੁੰਦੇ, ਜਿਹੜੇ ਕਿ ਪ੍ਰਤਿਭਾਸ਼ਾਲੀ ਐਕਟਰਸ ਨੂੰ ਲੱਭਦੇ ਹੈ, ਜਿਨ੍ਹਾਂ ਦਾ ਕੰਮ ਹੀ ਇਹ ਹੁੰਦਾ ਸੋ ਉਹਨੂੰ ਆਪਾਂ ਟੈਲੈਂਟ ਸਕਾਊਟ ਕਹਿੰਦੇ। ਕਹਿੰਦਾ ਉੱਥੇ ਜਾ ਕੇ ਤੁਸੀਂ ਬਸ ਇੱਦਾਂ ਕਹੋ ਵੀ ਸਾਨੂੰ ਇੱਦਾਂ ਦਾ ਐਕਟਰ ਚਾਹੀਦਾ ਜਿਹੜਾ ਕਿ ਪਹਿਲਾਂ ਕਿਸੇ ਨੇ ਨਾ ਦੇਖਿਆ ਹੋਵੇ ਪਰਦੇ ਦੇ ਉੱਪਰ। ਤਾਂ ਫਿਰ ਕਹਿੰਦਾ ਕਿ ਉੱਥੇ ਬਕਾਇਦਾ ਲੋਕ ਇਹ ਵਾਲਾ ਕੰਮ ਕਰਦੇ ਆ ਕਿ ਉਹ ਇੱਦਾਂ ਦੇ ਐਕਟਰਸ ਨੂੰ ਲੱਭਦੇ ਹੈਗੇ ਆ। ਜਾਂ ਕਹਿੰਦਾ ਈਵਨ ਨਿਊਜ਼ਪੇਪਰ ਦੇ ਵਿੱਚ ਵੀ ਤੁਸੀਂ ਐਡ ਦੇ ਦਿਓ ਤਾਂ ਲੋਕੀ ਆਪਣੇ ਆਪ ਆ ਜਾਂਦੇ ਆ। ਪਰ ਕੀ ਕਹਿੰਦਾ ਇਸੇ ਵਿੱਚੋਂ ਕੀ ਕਹੂਗਾ ਕਿ ਇੰਡੀਆ ਦੇ ਵਿੱਚ ਮੈਨੂੰ ਲੱਗਦਾ ਕਿ ਇੱਦਾਂ ਨਹੀਂ ਚੱਲਦਾ। ਜੇ ਤੁਸੀਂ ਪੇਪਰ ਦੇ ਵਿੱਚ ਐਡ ਦਿਓਗੇ, ਐਡਵਰਟੀਜ਼ਮੈਂਟ ਦਿਓਗੇ, ਤਾਂ ਕਹਿੰਦਾ ਕਿ ਮੈਨੂੰ ਇੱਥੇ ਲੱਗਦਾ ਹੈ ਵੀ ਇੱਥੇ ਜਿਹੜੇ ਵਾਕਈ ਚੰਗੇ ਐਕਟਰਸ ਹੈ ਉਹ ਸ਼ਰਮਾਉਂਦੇ ਵੀ ਬਹੁਤ, ਉਹ ਆਉਂਦੇ ਹੀ ਨਹੀਂ ਹੈ। ਜੇ ਤੁਸੀਂ ਨਵਾਂ ਚਿਹਰਾ ਲੈਣਾ ਵੀ ਹੈ ਤਾਂ ਤੁਹਾਨੂੰ ਯੂ ਵਿਲ ਨਾਟ ਬੀ ਏਬਲ ਟੂ ਫਾਈਂਡ ਇਟ ਬਾਈ ਪੁਟਿੰਗ ਐਡਸ ਇਨ ਦ ਨਿਊਜ਼ਪੇਪਰਸ, ਵੀ ਉਹਨਾਂ ਨੇ ਆਉਣਾ ਹੀ ਨਹੀਂ ਹੈ। ਇੰਡੀਆ 'ਚ ਇਹ ਪ੍ਰੋਬਲਮ ਹੈ। ਔਰ ਇੱਥੇ ਟੈਲੈਂਟ ਸਕਾਊਟਸ ਤਾਂ ਹੈ ਹੀ ਨਹੀਂ ਹੈ। ਇੱਥੇ ਉਹ ਵਾਲੇ ਵਿਅਕਤੀ ਤਾਂ ਹੈ ਹੀ ਨਹੀਂ ਜਿਹੜੇ ਨਵੇਂ ਚਿਹਰਿਆਂ ਨੂੰ ਲੱਭਦੇ ਹੈ। ਸੋ ਕਹਿੰਦਾ ਇੱਥੇ ਇਹ ਪ੍ਰੋਬਲਮ ਹੈ। ਹੁਣ ਨੈਕਸਟ ਪੈਰਾ ਦੇਖੋ, ਸੋ ਯੂ ਆਰ ਲੈਫਟ ਟੂ ਸਕੋਰ ਦ ਸਟਰੀਟਸ ਐਂਡ ਸਕੈਨ ਦ ਫੇਸਿਸ ਆਫ ਪੈਡੈਸਟਰੀਅਨਸ। ਪੈਡੈਸਟਰੀਅਨਸ ਕੌਣ ਹੁੰਦੇ, ਜਿਹੜੇ ਪੈਦਲ ਤੁਰਨ ਵਾਲੇ। ਸੋ ਕਹਿੰਦਾ ਹੁਣ ਤੁਹਾਨੂੰ ਕੋਈ ਖਾਸ ਹੀ ਐਕਟਰ ਚਾਹੀਦਾ ਹੈ ਜਿਹੜਾ ਕਿ ਹੋਵੇ ਜਿਹਦਾ ਛੋਟਾ ਰੋਲ ਪਰ ਹੈਗਾ ਬੜਾ ਇੰਪੋਰਟੈਂਟ ਰੋਲ। ਸੋ ਫਿਰ ਕਹਿੰਦਾ ਕੀ ਕਰੋ, ਕਿੱਥੋਂ ਲੱਭੋ, ਕਿਉਂਕਿ ਕਿਸੇ ਏਜੰਟ ਨੇ ਨਾਮ ਪਤੇ ਛੋਟੇ ਰੋਲਸ ਵਾਲਿਆਂ ਦੇ ਰੱਖੇ ਨਹੀਂ ਹੋਏ। ਅਖਬਾਰਾਂ 'ਚ ਇਸ਼ਤਿਹਾਰ ਦਿੰਦੇ ਹੋ, ਇੱਦਾਂ ਦੇ ਲੋਕ ਐਕਟਰਸ ਜਵਾਬ ਨਹੀਂ ਦਿੰਦੇ। ਟੈਲੈਂਟ ਸਕਾਊਟਸ ਇੱਥੇ ਹੈ ਨਹੀਂ, ਤਾਂ ਕੀ ਕਰੋ। ਫਿਰ ਕਹਿੰਦਾ ਤੁਹਾਡੇ ਵਾਸਤੇ ਕੀ ਰਸਤਾ ਬਚਦਾ ਵੀ ਤੁਸੀਂ ਸੜਕਾਂ 'ਤੇ ਨਿਕਲ ਜਾਓ ਅਤੇ ਲੋਕਾਂ ਦੇ ਚਿਹਰੇ ਦੇਖੀ ਜਾਓ ਵੀ ਇਹ ਵਾਲਾ ਜਿਹੜਾ ਚਿਹਰਾ ਹੈਗਾ ਇਹ ਮੇਰੀ ਫਿਲਮ ਦੇ ਵਿੱਚ ਫਿੱਟ ਹੋ ਸਕਦਾ, ਜਿਹੜਾ ਰੋਲ ਮੈਨੂੰ ਚਾਹੀਦਾ। ਔਰ ਗੋ ਟੂ ਰੇਸ ਮੀਟਸ ਐਂਡ ਕੋਕਟੇਲਸ, ਜਾਂ ਕਹਿੰਦਾ ਵਿਆਹਾਂ 'ਚ ਜਾਓ ਜਾਂ ਕਿਤੇ ਜਿੱਥੇ ਕੋਈ ਗੈਦਰਿੰਗ ਹੈ, ਕੋਈ ਰੇਸਾਂ ਖੇਡੀਆਂ ਜਾ ਰਹੀਆਂ ਉੱਥੇ ਜਾਓ। ਸੋ ਕਹਿੰਦਾ ਇਹ ਪ੍ਰੋਬਲਮ ਆਉਂਦੀ ਹੈ। ਜਾਂ ਤੁਸੀਂ ਸ਼ਾਦੀਆਂ 'ਚ ਜਾ ਕੇ ਲੋਕਾਂ ਦੇ ਚਿਹਰੇ ਦੇਖੀ ਜਾਓ ਵੀ ਕੀ ਇਹ ਮੇਰੇ ਫਿਲਮ 'ਚ ਇਹ ਵਾਲਾ ਰੋਲ 'ਤੇ ਵਿਅਕਤੀ ਸੂਟ ਕਰੇਗਾ। Next para, if you want, so now this is page number 178. If you want Chinese extras, as I did in Prajito, for a shot that lasts a minute and a half. So ਕਹਿੰਦਾ ਇੱਕ ਮੇਰੀ ਫਿਲਮ ਸੀ ਅਪਰਾਜਿਤੋ ਜਿਹਦੇ ਵਿੱਚ ਕਿ ਮੈਨੂੰ ਚੀਨੀ ਲੋਕ ਚਾਹੀਦੇ ਸੀਗੇ, ਐਕਸਟਰਾਸ ਚਾਹੀਦੇ ਸੀ, ਕਾਫੀ ਸਾਰੇ ਚੀਨੀ ਲੋਕ ਚਾਹੀਦੇ ਸੀਗੇ। ਸੋ ਕਹਿੰਦਾ ਉੱਥੇ ਮੈਨੂੰ ਕੀ ਪ੍ਰੋਬਲਮ ਆਈ, ਔਰ ਉਹ ਸਿਰਫ ਸੀਨ ਕਿੰਨਾ ਸੀਗਾ, ਸਿਰਫ 1.5 ਮਿੰਟ ਦਾ। ਪਰ ਕਹਿੰਦਾ ਜੇ ਉਹ ਸੀਨ ਮੈਂ ਨਾ ਰੱਖਦਾ ਤਾਂ ਮੇਰੀ ਫਿਲਮ ਨੇ ਨੁਕਸਾਨ ਖਾਣਾ ਸੀ, ਮਤਲਬ ਕਿ ਇਟ ਵਾਜ਼ ਵੈਰੀ ਮਚ ਵੈਰੀ ਇੰਪੋਰਟੈਂਟ ਪਾਰਟ ਆਫ ਦ ਸਟੋਰੀ। ਸੋ ਕਹਿੰਦਾ ਕਿ ਫਿਰ ਮੈਂ ਕੀ ਕੀਤਾ, ਉਹਨਾਂ ਨੂੰ ਲੱਭਣ ਵਾਸਤੇ ਆਈ ਵੈਂਟ ਟੂ ਅ ਚਾਈਨੀਜ਼ ਬਰੋਥਲ। ਸੋ ਬਰੋਥਲ ਦਾ ਮਤਲਬ ਕੀ ਹੁੰਦਾ, ਵੇਸ਼ਵਾ ਘਰ। ਸੋ ਕਹਿੰਦਾ ਉਹਦੇ ਵਾਸਤੇ ਮੈਨੂੰ ਇੱਕ ਵੇਸ਼ਵਾ ਘਰ ਦੇ ਵਿੱਚ ਜਾ ਕੇ ਬਹਿਣਾ ਪਿਆ।
ਜਿੱਥੇ ਕਿ ਇੱਕ ਵੇਟਿੰਗ ਰੂਮ ਦੇ ਵਿੱਚ ਮੈਂ ਬੈਠਾ ਹੋਇਆ ਸੀ ਔਰ ਨੈਚੁਰਲੀ ਉਹ ਜਗ੍ਹਾ ਹੀ ਇੱਦਾਂ ਦੀ ਸੀ, ਬਿਲਡਿੰਗ ਇੱਦਾਂ ਦੀ ਸੀ ਕਿ ਉਹ ਕਮਰਾ ਵੀ ਕਿੱਦਾਂ ਦਾ ਸੀਗਾ, ਹਨੇਰੇ ਵਾਲਾ, ਅਤੇ ਡੈਂਪਨੈਸ ਸੀਗੀ ਉੱਥੇ। ਇੱਦਾਂ ਲੱਗਦਾ ਸੀ ਜਿੱਦਾਂ ਕੋਈ ਮੈਂ ਗੁਫਾ 'ਚ ਬੈਠਾ ਹੋਇਆ। ਦ ਸਮੈਲ ਆਫ ਓਪੀਅਮ, ਕਿਉਂਕਿ ਜਗ੍ਹਾ ਇਸ ਤਰ੍ਹਾਂ ਦੀ ਸੀ, ਉੱਥੇ ਇੱਦਾਂ ਦੇ ਹੀ ਲੋਕ ਆਉਂਦੇ ਸੀਗੇ, ਸੋ ਉੱਥੇ ਅਫੀਮ ਦੀ ਸਮੈਲ ਆ ਰਹੀ ਸੀ। ਅਤੇ ਬਾਰ-ਬਾਰ ਜਿਹੜੀ ਲੇਡੀ ਸੀਗੀ ਉੱਥੋਂ ਦੀ, ਉਹ ਕੀ ਕਰਦੀ ਸੀਗੀ, ਸ਼ੀ ਵਾਜ਼ ਕਮਿੰਗ ਇਨ ਐਂਡ ਆਊਟ, ਐਂਡ ਕੀ ਕਹਿੰਦਾ ਕਿ ਸੋ ਕਈ ਵਾਰੀ ਤੁਹਾਨੂੰ ਬਹੁਤ ਜ਼ਿਆਦਾ ਮੁਸ਼ਕਿਲ ਹੁੰਦੀ ਹੈ, ਖਾਸ ਤੌਰ 'ਤੇ ਤੁਸੀਂ ਇੱਦਾਂ ਦਾ ਜਦੋਂ ਕਹਿੰਦਾ ਜਿੱਦਾਂ ਮੈਨੂੰ ਚਾਹੀਦੇ ਸੀਗੇ ਉਹ ਚਾਈਨੀਜ਼ ਲੋਕ। ਸੋ ਕਹਿੰਦਾ ਮੈਂ ਕਿੰਨੇ ਘੰਟੇ ਉੱਥੇ ਉਸ ਵੇਸ਼ਵਾ ਘਰ, ਉਹ ਜਿਹੜਾ ਬਰੋਥਲ ਸੀ, ਉੱਥੇ ਬੈਠਾ ਰਿਹਾ। ਬਾਹਰ ਬਾਰਿਸ਼ ਹੋ ਰਹੀ ਸੀਗੀ, ਕਿਉਂਕਿ ਮੈਨੂੰ ਕਿਸ ਉਮੀਦ 'ਚ ਬੈਠਾ ਸੀ ਕਿ ਇੱਥੇ ਚੀਨੀ ਲੋਕਾਂ ਨੇ ਆਉਣਾ ਹੈਗਾ। ਸੋ ਕਹਿੰਦਾ ਮੈਂ ਕਿੰਨੇ ਹੀ ਘੰਟੇ ਉੱਥੇ ਬੈਠਾ ਰਿਹਾ, ਬਾਰਿਸ਼ ਬਾਹਰ ਹੋ ਰਹੀ ਸੀ ਬਹੁਤ ਜ਼ਿਆਦਾ। ਨੈਕਸਟ ਪੈਰਾ ਦੇਖੋ, I have generally been lucky in finding the right players for my parts, but the possibility of failure is always around the corner. Now let us continue with the chapter Odds Against Us. So this is my lecture number 7 and hopefully the last lecture on this chapter. So we were here. I have generally been lucky in finding the right players for my parts, but the possibility of failure is always around the corner. So ਕਹਿੰਦਾ ਕਿ ਮੈਂ ਇਸ ਮਾਮਲੇ ਚਲੋ ਖੁਸ਼ਕਿਸਮਤ ਰਿਹਾ ਕਿ ਮੈਨੂੰ ਛੋਟੇ ਰੋਲਸ ਵਾਸਤੇ ਵੀ ਵਧੀਆ ਐਕਟਰਸ ਮਿਲਦੇ ਹੀ ਰਹੇ ਹੈ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ। ਪਰ ਕਹਿੰਦਾ ਕਿ ਕਿਉਂਕਿ ਇੱਥੇ ਕੋਈ ਸਿਸਟਮੈਟਿਕ ਕੰਮ ਨਹੀਂ ਹੈ ਜਿਹੜੇ ਛੋਟੇ ਰੋਲਸ ਵਾਸਤੇ ਐਕਟਰਸ, ਵਧੀਆ ਐਕਟਰਸ ਲੱਭਣ ਦਾ। ਸੋ ਕਹਿੰਦਾ ਹੋ ਸਕਦਾ ਕਿ ਕਦੀ ਮੈਨੂੰ ਨਾ ਵੀ ਮਿਲੇ। There is just now an alarming shortage of good professional actors and actresses of middle age and above. ਸੋ ਕਹਿੰਦਾ ਜਿੱਦਾਂ ਕਿ ਹੁਣ ਅੱਜ ਕੱਲ੍ਹ ਕਿਹਦੀ ਬਹੁਤ ਸ਼ਾਰਟੇਜ ਆ ਰਹੀ ਹੈ ਕਿ ਮਿਡਲ ਏਜਡ ਵਧੀਆ ਐਕਟਰਸ ਛੋਟੇ ਰੋਲ ਵਾਸਤੇ ਨਹੀਂ ਮਿਲਦੇ। ਛੋਟੇ ਰੋਲਸ ਵੀ ਕਹਿ ਸਕਦੇ ਹੋ, ਜਾਂ ਉਹ ਕੀ ਕਹਿ ਰਿਹਾ ਕਿ ਇਸ ਵੇਲੇ ਮਿਡਲ ਮਤਲਬ ਜਿਹੜੇ ਮੇਨ ਰੋਲਸ ਨਹੀਂ ਹੈਗੇ ਉਹਨਾਂ ਵਾਸਤੇ ਮਿਡਲ ਏਜ ਦੇ ਐਕਟਰਸ ਅਤੇ ਐਕਟਰੈਸਿਸ ਦੀ ਕਹਿੰਦਾ ਅੱਜ ਕੱਲ੍ਹ ਕਮੀ ਆਈ ਹੋਈ ਹੈ। ਸੋ ਫਿਰ ਉਹਨੇ ਕੁਛ ਨਾਮ ਲੈਣੇ ਆ। ਕਹਿੰਦਾ ਕਿ ਜਿੱਦਾਂ ਪੱਥਰ ਪੰਚਾਲੀ ਮੈਂ ਨਹੀਂ ਹੁਣ ਬਣਾ ਸਕਦਾ ਸੀ ਕਿਉਂਕਿ ਚੁੰਨੀ ਬਾਲਾ ਜਿਹੜੀ ਉਹਦੇ ਵਿੱਚ ਇੱਕ ਜਿਹਦਾ ਕਿ ਬੇਸ਼ੱਕ ਛੋਟਾ ਰੋਲ ਸੀਗਾ, ਨਾਟ ਮੇਨ ਰੋਲ, ਪਰ ਬਹੁਤ ਮਹੱਤਵਪੂਰਨ ਰੋਲ ਸੀ, ਹੁਣ ਉਹ ਨਹੀਂ ਹੈ। ਤਾਂ ਕਹਿੰਦਾ ਮੈਂ ਹੁਣ ਸੋਚ ਵੀ ਨਹੀਂ ਸਕਦਾ ਕਿ ਮੈਂ ਪੱਥਰ ਪੰਚਾਲੀ ਬਣਾ ਸਕਾਂ। ਕਿਉਂਕਿ ਚੁੰਨੀ ਬਾਲਾ ਦੀ ਜਗ੍ਹਾ ਲੈਣ ਕੋਈ ਨਵੀਂ ਐਕਟਰੈਸ ਆਈ ਹੀ ਨਹੀਂ ਹੈ। ਮਤਲਬ ਕਿ ਸ਼ਾਰਟੇਜ ਹੈਗੀ ਹੈ ਕਿਹਨਾਂ ਦੀ, ਜਿਹੜੇ ਕਿ ਅਧਕੜ ਉਮਰ ਦੇ ਐਕਟਰਸ ਅਤੇ ਐਕਟਰਸਿਸ ਹੈ। ਇਸੇ ਤਰ੍ਹਾਂ ਦੇ ਨਾਲ ਫਿਰ ਉਹਨੇ ਕਈ ਹੋਰਾਂ ਦਾ ਨਾਮ ਲਿਆ, ਜਲ ਸਾਗਰ, ਦੇਵੀ, ਕੰਚਨਜੰਗਾ, were all written with ਛੱਬੀ ਬਿਸਵਾਸ in mind. ਸੋ ਇਸੇ ਤਰ੍ਹਾਂ ਨਾਲ ਇੱਕ ਕਹਿੰਦਾ ਕਿ ਛੱਬੀ ਬਿਸਵਾਸ was a very good male actor. ਸੋ ਕਹਿੰਦਾ ਇਹ ਮੈਂ ਬੇਸ਼ੱਕ ਉਹ ਮੇਨ ਕਰੈਕਟਰ ਨਹੀਂ ਸੀ, ਪਰ ਜੇ ਮੇਰੀਆਂ ਫਿਲਮਾਂ ਬਣ ਸਕੀਆਂ ਤਾਂ ਉਹਦੇ ਕਰਕੇ ਹੀ ਵਧੀਆ ਬਣ ਸਕੀਆਂ। ਕਹਿੰਦਾ ਕਿ ever since he died, I have not written a single middle-aged part that calls for a high degree of professional talent. ਸੋ ਕਹਿੰਦਾ ਜਦੋਂ ਦਾ ਇਹ ਵਾਲਾ ਐਕਟਰ ਮਰਿਆ ਉਦੋਂ ਦਾ ਮੈਂ ਆਪਣੀ ਕਿਸੇ ਵੀ ਫਿਲਮ ਦੇ ਵਿੱਚ ਕੋਈ ਮਿਡਲ ਏਜਡ ਪਾਰਟ ਲਿਖਿਆ ਹੀ ਨਹੀਂ ਹੈ, ਕਿਉਂਕਿ ਮੈਨੂੰ ਪਤਾ ਵੀ ਇਹਦਾ ਐਕਟਰ ਹੀ ਨਹੀਂ ਮਿਲਣਾ। ਸੋ ਕਹਿੰਦਾ ਮੈਂ ਕੋਈ ਰੋਲ ਇੱਦਾਂ ਦਾ ਰੱਖਿਆ ਹੀ ਨਹੀਂ ਹੈ। ਨੈਕਸਟ ਦੇਖੋ ਹੁਣ, once the casting is done. ਸੋ ਕਹਿੰਦਾ ਹੁਣ ਤੀਜੀ ਮੁਸ਼ਕਿਲ ਕੀ ਆਉਂਦੀ ਹੈ, ਤੀਜੀ ਪ੍ਰੋਬਲਮ ਕੀ ਆਉਂਦੀ ਹੈ ਇੰਡੀਅਨ ਫਿਲਮ ਮੇਕਰ ਨੂੰ, ਉਹ ਕੀ ਹੈਗੀ ਦੇਖੋ ਕਿ ਸ਼ੂਟਿੰਗ ਦੀ, ਕਿ ਫਿਲਮ ਬਣਾਉਣੀ ਹੈ ਹੁਣ। ਸੋ ਪਹਿਲਾ ਸਟੈਪ ਕੀ ਸੀ ਸਟੋਰੀ ਦਾ, ਦੂਜਾ ਕੀ ਸੀਗਾ ਕਾਸਟਿੰਗ, ਤੀਜਾ ਕੀ ਹੈਗਾ ਦ ਥਰਡ ਇਜ਼ the making of the film. Once the casting is done, I am ready to plunge headlong into the business of shooting. ਸੋ ਕਹਿੰਦਾ ਤੀਜੀ ਪ੍ਰੋਬਲਮ ਕਿੱਥੇ ਆਉਂਦੀ ਸ਼ੂਟਿੰਗ ਦੇ ਵਿੱਚ, ਕਿਉਂਕਿ ਜਿਹੜੇ ਖਾਸ ਤੌਰ 'ਤੇ ਉਹ ਦੱਸਦਾ ਕਿ ਬੰਗਾਲ ਦੇ ਜਿਹੜੇ ਹੈਗੇ ਆ ਇੰਨੇ ਜ਼ਿਆਦਾ ਮਾੜੇ ਹਾਲਾਂ ਦੇ ਵਿੱਚ ਸਟੂਡੀਓਜ਼ ਹੈਗੇ ਆ। ਕਿਉਂਕਿ ਅਗੇਨ ਇੱਥੇ ਵੀ ਪ੍ਰੋਬਲਮ ਕਾਹਦੀ ਆਉਂਦੀ, ਪੈਸਿਆਂ ਦੀ, ਕਿ ਜਿਹੜੇ ਸਟੂਡੀਓਜ਼ ਹੈਗੇ ਉਹ ਬਹੁਤ ਮਾੜੇ ਹਾਲਾਂ ਵਿੱਚ ਹੈ। ਦੇਖੋ, the studios in Calcutta show their hallowed past in every crevice on the wall. ਸੋ ਕਹਿੰਦਾ ਜਿੱਦਾਂ ਕੈਲਕਟਾ ਦੇ ਜਿਹੜੇ ਸਟੂਡੀਓਜ਼ ਹੈਗੇ ਉਹਨਾਂ ਦੇ ਵਿੱਚ ਦੀਵਾਰਾਂ ਦੇ ਵਿੱਚ ਦਰਾਰਾਂ ਪਈਆਂ ਹੋਈਆਂ,
in every tatter on the canvas that covers the ceiling. So ਕਹਿੰਦਾ ਜਿਹੜਾ ਛੱਤ ਦੇ ਉੱਪਰ ਜਿਹੜਾ ਕੈਨਵਸ ਜਿਹੜਾ ਮੋਟਾ ਕੱਪੜਾ ਚੜਾਇਆ ਹੋਇਆ ਉਹ ਵੀ ਫਟਿਆ ਹੋਇਆ ਉਸ ਸਟੂਡੀਓ ਦੇ ਉਹਨਾਂ ਸਟੂਡੀਓਜ਼ ਦੇ ਵਿੱਚ. Some of the families of rodents that inhabit the rafters have lived there ever since the foundation of the industry. So ਉੱਥੇ ਚੂਹੇ ਰਹਿੰਦੇ ਹੈਗੇ, ਉਹਨਾਂ ਦੇ ਪੂਰੇ ਪਰਿਵਾਰ ਰਹਿੰਦੇ ਹੈ. The floor is pitted. ਜਿਹੜਾ ਫਰਸ਼ ਹੈ ਉਹਦੇ ਵਿੱਚ ਗੱਡੇ ਪਏ ਹੋਏ ਹੈ. The camera groans as it turns. ਕੈਮਰੇ ਵੀ ਪੁਰਾਣੇ ਹੈ, ਉਹਨਾਂ 'ਚੋਂ ਆਵਾਜ਼ ਆਉਂਦੀ ਹੈ ਜਦੋਂ ਉਹ ਮੁੜਦੇ ਹੈਗੇ ਹੈ ਕੈਮਰੇ. The voltage begins to drop after sundown. ਇਸੇ ਤਰ੍ਹਾਂ ਨਾਲ ਇੱਥੇ ਰੀਜਨਲ ਸਿਨੇਮਾ ਦੇ ਵਿੱਚ ਤਾਂ ਖਾਸ ਤੌਰ 'ਤੇ ਈਵਨ ਬਿਜਲੀ ਵੀ ਸਾਥ ਨਹੀਂ ਦਿੰਦੀ. ਜੇ ਤੁਸੀਂ ਰਾਤ ਨੂੰ ਸ਼ੂਟਿੰਗ ਕਰਨੀ ਹੈ ਤਾਂ ਵੋਲਟੇਜ ਫਲਕਚੁਏਟ ਕਰਨ ਲੱਗ ਪੈਂਦੀ ਹੈ, ਉੱਪਰ ਨੀਚੇ ਹੋਣ ਲੱਗ ਪੈਂਦੀ ਹੈ. The general air of shabbiness is unnerving. ਸੋ ਕਹਿੰਦਾ ਜਿਹੜੇ ਸਟੂਡੀਓਜ਼ ਦਾ ਹਾਲ ਬਹੁਤ ਹੀ ਮਾੜਾ ਹੈ ਇੰਡੀਆ ਦੇ ਵਿੱਚ, ਔਰ ਖਾਸ ਤੌਰ 'ਤੇ ਜੇ ਤੁਸੀਂ ਖੇਤਰੀ ਸਿਨੇਮਾ ਦੀ ਗੱਲ ਕਰੋਗੇ, ਰੀਜਨਲ ਸਿਨੇਮਾ ਦੀ, ਬੰਗਾਲੀ ਸਿਨੇਮਾ ਦੀ, ਤਾਂ ਉੱਥੇ ਤਾਂ ਹੋਰ ਵੀ ਸਟੂਡੀਓਜ਼ ਦਾ ਮਾੜਾ ਹਾਲ ਹੈ. ਸੋ ਕਹਿੰਦਾ ਕਿ ਅਨਨਰਵਿੰਗ ਹੈ, ਮਤਲਬ ਕਿ ਘਬਰਾਹਟ ਹੋਣ ਲੱਗ ਪੈਂਦੀ ਹੈ ਜਦੋਂ ਤੁਸੀਂ ਦੇਖੋ ਕਿ ਇੰਨੇ ਮਾੜੇ ਹਾਲ ਹੈ. ਐਂਡ ਯੈਟ ਆਈ ਡੂ ਨਾਟ ਮਾਈਂਡ ਦੀਜ਼ ਐਟ ਆਲ. ਉਹਨੂੰ ਅਖੀਰ ਕਰਨ ਲੱਗਾ, ਕਹਿੰਦਾ ਕਿ ਬੇਸ਼ੱਕ ਇਹ ਵਾਲੀਆਂ ਮੁਸ਼ਕਿਲਾਂ ਆਉਂਦੀਆਂ. ਸੋ ਫਸਟ ਕੀ ਸੀਗਾ? ਫਾਈਂਡਿੰਗ ਅ ਸਟੋਰੀ. ਨਹੀਂ, ਫਸਟ ਸੀਗਾ ਲੈਕ ਆਫ ਫੰਡਸ. ਨੈਕਸਟ ਕੀ ਸੀ? ਫਾਈਂਡਿੰਗ ਅ ਸਟੋਰੀ. ਉਸ ਤੋਂ ਬਾਅਦ ਕੀ ਸੀਗਾ? ਫਾਈਂਡਿੰਗ ਐਕਟਰਸ, ਸੂਟੇਬਲ ਐਕਟਰਸ. ਅਤੇ ਹੁਣ ਉਹ ਚੌਥਾ ਕੀ ਸੀਗਾ ਕਿ ਸਟੂਡੀਓਜ਼ ਦਾ ਬਹੁਤ ਮਾੜਾ ਹਾਲ ਹੈ. ਪਰ ਉਹ ਕੀ ਕਹਿੰਦਾ ਕਿ ਫਿਰ ਵੀ ਮੈਨੂੰ ਇਹਨਾਂ ਸਾਰੀਆਂ ਚੀਜ਼ਾਂ 'ਤੇ ਇਤਰਾਜ਼ ਨਹੀਂ ਹੈ. And yet I do not mind these at all. I do not think of these as hindrances. ਕਿ ਮੈਂ ਇਹਨਾਂ ਨੂੰ ਕੋਈ ਰੁਕਾਵਟਾਂ ਨਹੀਂ ਸਮਝਦਾ. After all, we have the essentials to make a film. ਸੋ ਮੈਂ ਕੀ ਸੋਚ ਕੇ ਚੱਲਦਾ ਹਾਂ ਕਿ ਸਾਡੇ ਕੋਲ ਜਿਹੜੀਆਂ ਸਭ ਤੋਂ ਜ਼ਰੂਰੀ ਚੀਜ਼ਾਂ ਇੱਕ ਫਿਲਮ ਬਣਾਉਣ ਵਾਸਤੇ ਉਹ ਤਾਂ ਹੈਗੀਆਂ. ਐਂਡ ਇਟ ਇਜ਼ ਵਿਦਿਨ ਅਸ ਟੂ ਮੇਕ ਇਟ ਬੈਡਲੀ ਔਰ ਵੈਲ. ਕਿ ਚਲੋ ਸਾਡੇ ਕੋਲ ਸਟੂਡੀਓ ਤਾਂ ਹੈ ਨਾ, ਬੇਸ਼ੱਕ ਮਾੜੇ ਹਾਲਾਂ 'ਚ, ਕੈਮਰੇ ਤਾਂ ਹੈ, ਬੇਸ਼ੱਕ ਪੁਰਾਣੇ ਹੈ, ਐਕਟਰਸ ਤਾਂ ਹੈ. ਸੋ ਕਹਿੰਦਾ ਮੈਂ ਇੱਦਾਂ ਲੈ ਕੇ ਚੱਲਦਾ. It is the bareness of means that forces us to be economical and inventive and prevents us from turning craftsmanship into an end in itself. So ਕਹਿੰਦਾ ਕਿ ਪੈਸੇ ਦੀ ਘਾਟ ਕਈ ਵਾਰੀ ਕੀ ਹੋ ਜਾਂਦੀ ਹੈ, ਕਈ ਵਾਰੀ ਉਹਦੇ ਕਈ ਫਾਇਦੇ ਵੀ ਹੈ. ਫੋਰ ਐਗਜ਼ਾਮਪਲ, ਜੇ ਸਾਡੇ ਕੋਲ ਪੈਸੇ ਦੀ ਘਾਟ ਹੋਊਗੀ ਤਾਂ ਅਸੀਂ ਪੈਸਾ ਰੋੜਾਂਗੇ ਨਹੀਂ, ਅਸੀਂ ਬਹੁਤ ਸੋਚ ਸਮਝ ਕੇ ਚੱਲਾਂਗੇ. ਸੋ ਪੈਸੇ ਬਚਾਉਂਦੇ ਹਾਂ ਅਸੀਂ ਕਦੋਂ? ਜਦੋਂ ਸਾਡੇ ਕੋਲ ਸਾਨੂੰ ਪਤਾ ਹੁੰਦਾ ਕਿ ਪੈਸੇ ਦੀ ਘਾਟ ਹੈ. ਸੋ ਕਹਿੰਦਾ ਇਹਦਾ ਇੱਕ ਫਾਇਦਾ ਵੀ ਹੈ ਕਿ ਅਸੀਂ ਪੈਸੇ ਬਹੁਤ ਸੋਚ ਸਮਝ ਕੇ ਅਸੀਂ ਫਿਲਮ ਦੇ ਉੱਪਰ ਲਗਾਉਂਦੇ ਹਾਂ, ਅਤੇ ਇੱਦਾਂ ਅਸੀਂ ਪੈਸੇ ਦੀ ਬੱਚਤ ਵੀ ਹੁੰਦੀ ਹੈ, ਪੈਸਾ ਜ਼ਾਇਆ ਨਹੀਂ ਹੁੰਦਾ. ਦੂਜਾ ਫਾਇਦਾ ਕੀ ਹੈ ਕਿ ਅਸੀਂ ਫਿਰ ਸਿਰਫ ਫਿਲਮ ਦੀ ਟੈਕਨੀਕ ਵੱਲ ਹੀ ਨਹੀਂ ਧਿਆਨ ਦਿੰਦੇ, ਅਸੀਂ ਉਹਦੀ ਸਟੋਰੀ ਵੱਲ ਵੀ ਧਿਆਨ ਦਿੰਦੇ ਹਾਂ. And there is something about creating beauty in the circumstances of shoddiness and privation that is truly exciting. Yes, I am happy to be working where I am. ਔਰ ਕਹਿੰਦਾ ਕਿ ਤੀਜਾ ਫਾਇਦਾ ਕੀ ਹੈ? ਜੇ ਤੁਹਾਡੇ ਕੋਲ ਪੈਸਿਆਂ ਦੀ ਕਮੀ ਹੈ, ਜੇ ਤੁਹਾਨੂੰ ਪ੍ਰੋਬਲਮਸ ਆ ਰਹੀਆਂ, ਫਿਰ ਕੀ ਹੁੰਦਾ? ਫਿਰ ਜਦੋਂ ਤੁਸੀਂ ਉਹਨਾਂ ਪ੍ਰੋਬਲਮਸ ਨੂੰ ਓਵਰਕਮ ਕਰਦੇ ਹੋ ਤਾਂ ਜਿਹੜੀ ਖੁਸ਼ੀ ਮਿਲਦੀ ਹੈ, ਜਿਹੜੀ ਖੂਬਸੂਰਤੀ ਦਾ ਅਹਿਸਾਸ ਹੁੰਦਾ, ਉਹ ਤੁਹਾਨੂੰ ਸਭ ਕੁਝ ਬਹੁਤ ਜ਼ਿਆਦਾ ਜਦੋਂ ਮਿਲਿਆ ਹੋਵੇ, ਫਿਰ ਤੁਹਾਨੂੰ ਉਹ ਵਾਲੀ ਸੈਂਸ ਆਫ ਅਚੀਵਮੈਂਟ ਨਹੀਂ ਆਉਂਦੀ, ਜਿਹੜੀ ਕਿ ਕਦੋਂ ਆਉਂਦੀ ਹੈ? ਜਦੋਂ ਤੁਸੀਂ ਔਖੇ ਹਾਲਾਤਾਂ ਵਿੱਚ ਕੋਈ ਸੋਹਣੀ ਚੀਜ਼ ਦਾ ਨਿਰਮਾਣ ਕਰਦੇ ਹੋ. ਸੋ ਕਹਿੰਦਾ ਇਸ ਕਰਕੇ ਮੈਂ ਖੁਸ਼ ਹੈਗਾ ਮੈਂ ਜਿੱਥੇ ਵੀ ਹਾਂ. ਸੋ ਨਾਓ ਆਈ ਮੇਕ ਐਨ ਐਂਡ ਹੀਅਰ. ਨਾਓ ਦਿਸ ਇਜ਼ ਐਨ ਈਜ਼ੀ ਚੈਪਟਰ. ਇਹਦੇ ਹੁਣ ਕੁਐਸਚਨ ਆਨਸਰਸ, ਇਹਦੇ ਆਨਸਰਸ ਲਰਨ ਕਰੋ. ਐਂਡ ਇਫ ਦੇਰ ਇਜ਼ ਐਨੀ ਪ੍ਰੋਬਲਮ, ਪਲੀਜ਼ ਫੀਲ ਫਰੀ ਟੂ ਆਸਕ ਮੀ and please learn your answers well.